ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਹਾਂ ਜੀ ਗੁਰਮਲਕੀਤ ਸਿੰਘ ਕਾਲੋਂ ਦੁਆਰਾ ਲਿਖੀ ਗਈ ਕਹਾਣੀ ਲਿਫਟ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਮੇਰੇ ਫੋਨ 'ਚ ਹਿਲਜੁਲ ਹੋਈ। ਸਕਰੀਨ ਉੱਤੇ ਨਜ਼ਰ ਮਾਰੀ। ਅਣਜਾਣ ਨੰਬਰ ਤੋਂ ਵਟਸਐਪ ਕਾਲਸ। ਮਨ ਅਜੇ ਸੁਣਨ ਨਾ ਸੁਣਨ ਦੀ ਜੱਗੋ ਤੱਕੀ ਵਿੱਚ ਸੀ ਕਿ ਘੰਟੀ ਸ਼ਾਂਤ ਹੋ ਗਈ। ਸੋਚਿਆ ਕਿਸੇ ਤੋਂ ਨੰਬਰ ਮਿਲਾਉਂਦਿਆਂ ਗਲਤ ਨੰਬਰ ਉੱਤੇ ਉਂਗਲ ਵੱਜ ਗਈ ਹੋ। ਗੱਲ ਆਈ ਗਈ ਹੋਊਗੀ। ਅਗਲੇ ਦਿਨ ਸਵੇਰੇ ਵੇਖਿਆ ਉਸੇ ਅਣਜਾਣ ਨੰਬਰ ਤੋਂ ਰੋਮਨ ਵਿੱਚ ਲਿਖੇ 5-6 ਮੈਸੇਜ ਚੜ੍ਹੇ ਹੋਏ ਸਨ। ਕੌਣ ਹੋ ਸਕਦਾ? ਉਤਸੁਕਤਾ ਜਾਗਣੀ ਕੁਦਰਤੀ ਸੀ। ਟੁੱਟੀ ਫੁੱਟੀ ਤੇ ਸਧਾਰਨ ਜਿਹੀ ਸ਼ਬਦ ਕਾੜਤ ਤੋਂ ਇਹ ਤਾਂ ਸਮਝ ਆ ਰਿਹਾ ਸੀ ਕਿ ਲਿਖਣ ਵਾਲਾ ਮੈਸੇਜ ਲਿਖਣ 'ਚ ਮੁਹਾਰਤੀ ਨਹੀਂ। ਸ਼ਬਦ ਜੋੜ ਤੋਂ ਕਿਸੇ ਸ਼ਰਾਰਤੀ ਜਾਂ ਧੋਖੇਬਾਜ਼ ਦਾ ਸ਼ੱਕ ਖਤਮ ਹੋ ਗਿਆ। ਮੈਂ ਜੋੜ ਤੋੜ ਕਰਕੇ ਉਸੇ ਮੈਸੇਜ ਪੜ੍ਹਨ 'ਤੇ ਸਮਝਣ ਲੱਗਾ। ਪਹਿਲੇ ਉੱਤੇ ਉਂਗਲ ਮਾਰੀ ਲਿਖਿਆ ਸੀ, ਭਾਜੀ ਸਤਿ ਸ਼੍ਰੀ ਅਕਾਲ, ਸ਼ਾਇਦ ਸਾਨੂੰ ਭੁੱਲ ਗਏ। ਖੁਸ਼ਖਬਰੀ ਦੇ ਰਹੀ ਹਾਂ ਤੋਂ ਮੈਂ ਸਮਝ ਗਿਆ ਕਿ ਲਿਖਣ ਵਾਲੀ ਕੋਈ ਔਰਤ ਆ, ਪਰ ਕੌਣ ਹੋ ਸਕਦੀ ਆ? ਇਹ ਉਤਸੁਕਤਾ ਤਿੱਖੀ ਹੋਈ। ਅਗਲਾ ਮੈਸੇਜ ਖੋਲ੍ਹਿਆ, ਵਧਾਈਆਂ ਹੋਣ, ਤੁਸੀਂ ਸਾਡੇ ਲਈ ਰੱਬ ਹੋ। ਆਸ਼ੀਰਵਾਦ ਸੱਚਾ ਹੋ ਗਿਆ। ਬੇਟੀ ਜੱਜ ਬਣ ਗਈ। ਕੱਲ੍ਹ ਮੇਲ ਆਈ ਸੀ ਨਤੀਜੇ ਦੀ। ਮੈਨੂੰ ਅਗਲੇ ਮੈਸੇਜ ਪੜ੍ਹਨ ਦੀ ਕਾਹਲ ਪੈਣ ਲੱਗੀ। ਸਕਰੀਨ ਉੱਤੇ ਇਕੱਠੀਆਂ 2 ਉਂਗਲਾਂ ਵੱਜ ਗਈਆਂ। ਡਿਲੀਟ ਫਲੈਸ਼ ਹੋਣ ਲੱਗ ਪਿਆ। ਮੈਂ ਕੈਂਸਲ ਦਬਕੇ ਬਚਾ ਲਿਆ। ਲਿਖਤ ਰੋਮਨ ਅੰਗਰੇਜ਼ੀ 'ਚ ਹੋਣ ਕਰਕੇ ਅੱਖਰ ਬਣਾਉਣ ਤੇ ਭਾਵ ਸਮਝਣ 'ਚ ਦੇਰੀ ਚੁਭਣ ਲੱਗ ਪਈ। ਤੀਜਾ ਮੈਸੇਜ ਸੀ, ਤੁਸੀਂ ਸਾਨੂੰ ਨਰਕ 'ਚੋਂ ਕਢਵਾਤਾ। ਵੱਡੇ ਬੱਚੇ ਵਿਆਹੇ ਕੀਤੇ ਸੈੱਟ ਹੋ ਗਏ ਨੇ। ਉਸ ਤੋਂ ਅਗਲਾ ਮੈਸੇਜ ਸੀ, ਕੱਲ੍ਹ ਕਈ ਕਾਪੀਆਂ ਫਰੋਲੀਆਂ, ਤੁਹਾਡਾ ਪੁਰਾਣਾ ਨੰਬਰ ਲੱਭ ਗਿਆ। ਮੈਂ ਉਸੇ ਵੇਲੇ ਕਾਲ ਕੀਤੀ ਪਰ ਲੱਗੀ ਨਹੀਂ। ਤੁਹਾਡੇ ਟਾਈਮ ਦਾ ਵੀ ਦਿਨ ਰਾਤ ਦਾ ਫਰਕ ਹੈ ਨਾ। ਟਾਈਮ ਲੱਗਾ ਤਾਂ ਬੇਟੀ ਨੂੰ ਸ਼ਾਬਾਸ਼ ਦੇ ਦਿਓ। ਉਸ ਦੀ ਲਗਨ ਤੇ ਮਿਹਨਤ ਨੇ ਤੁਹਾਡੇ ਬੋਲ ਸੱਚ ਕਰ ਵਿਖਾਤੇ। ਸਾਰੇ ਮੈਸੇਜ ਪੜ੍ਹ ਕੇ ਮੈਂ ਚੇਤੇ ਉੱਤੇ ਜ਼ੋਰ ਪਾਇਆ। ਕਾਫੀ ਦੇਰ ਬਾਅਦ ਕਈ ਸਾਲ ਪੁਰਾਣੀ ਘਟਨਾ ਦੇ ਸੀਨ ਉੱਭਰਨ ਲੱਗੇ। ਸ਼ਾਇਦ ਉਹੀ ਹੋਵੇ। ਮੈਂ ਉਸੇ ਨੰਬਰ 'ਤੇ ਫੋਨ ਲਾਇਆ। ਮੂਹਰਿਓਂ ਜਿਵੇਂ ਕੋਈ ਉਡੀਕਦਾ ਹੀ ਹੋਵੇ। ਦੂਜੀ ਰਿੰਗ ਤੋਂ ਬਾਅਦ ਹੈਲੋ ਦੀ ਆਵਾਜ਼ ਆਈ। ਹੈਲੋ 'ਚੋਂ ਨਾ ਸਾਂਭੀ ਜਾ ਰਹੀ ਖੁਸ਼ੀ ਪ੍ਰਗਟ ਹੋ ਰਹੀ ਸੀ। ਪਹਿਚਾਣ ਪੁੱਛ ਕੇ ਅਗਲੇ ਨੂੰ ਸ਼ਰਮਿੰਦਾ ਕਰਨਾ ਮੈਨੂੰ ਚੰਗਾ ਨਾ ਲੱਗਾ। ਵਧਾਈ ਦਿੱਤੀ ਤਾਂ ਅਗਲੀ ਗੱਲ ਨੇ ਵਿਸ਼ਵਾਸ ਕਰਵਾਤਾ ਕਿ ਇਹ ਉਹੀ ਬੀਬੀ ਆ ਜਿਸ ਦਾ ਖਿਆਲ ਹੁਣੇ ਆਇਆ ਸੀ। ਥੋੜ੍ਹੀ ਗੱਲ ਕਰਕੇ ਮਾਂ ਨੇ ਆਪਣੀ ਧੀ ਨੂੰ ਫੋਨ ਰੀਤੂ ਨੂੰ ਫੜਾ ਦਿੱਤਾ, ਜੋ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਸਿਵਲ ਜੱਜ ਲਈ ਚੁਣੀ ਗਈ ਸੀ। ਖੁਸ਼ੀ ਉਸ ਤੋਂ ਵੀ ਸਾਂਭੀ ਨਹੀਂ ਜਾ ਰਹੀ ਸੀ, ਪਰ ਉਹ ਮਨ ਦੇ ਭਰੋਸੇ ਨੂੰ ਵੀ ਨਾਲੋਂ ਨਾਲ ਤੋਰੀ ਜਾ ਰਹੀ ਸੀ। ਅੰਕਲ ਉੱਚੇ ਸੁਪਨੇ ਬਣ ਕੇ ਉਹਨਾਂ ਨੂੰ ਸੱਚ ਕਰਨ ਦੀ ਵਿਉਂਤਬੰਦੀ ਦੀ ਤਿਆਰੀ ਤਾਂ ਮੈਂ ਉਦੋਂ ਹੀ ਕਰਨ ਲੱਗ ਪਈ ਸੀ ਜਦ ਤੁਸੀਂ ਕੁਝ ਸਫਲ ਵਿਅਕਤੀਆਂ ਦੀਆਂ ਉਦਾਹਰਨਾਂ ਦੇ ਕੇ ਮੈਨੂੰ ਸਮਝਾਇਆ ਸੀ ਕਿ ਅਸੰਭਵ ਦੇ ਮੂਹਰਿਓਂ ਆ ਕਿਵੇਂ ਲਾਹੀਦਾ। ਅੱਜ ਮੈਂ ਆੜੀ ਨੂੰ ਝਟਕਾ ਦੇ ਕੇ ਉਸ ਨੂੰ ਆਪਣੇ ਸੁਪਨਿਆਂ ਦੀ ਸਕਾਰਤਾ ਤੇ ਸਫਲਤਾ ਦਾ ਗਵਾਹ ਬਣਾ ਲਿਆ ਹੈ। ਪਰ ਮੈਂ ਤੇ ਮੰਮੀ ਇਹ ਕਦੇ ਨਹੀਂ ਭੁੱਲਦੇ ਕਿ ਸਾਰੇ ਕੁਝ ਦਾ ਮੁੱਢ ਉਦੋਂ ਵਜ੍ਹਾ ਸੀ ਜਦ ਤੁਸੀਂ ਮੰਮੀ ਨੂੰ ਡੈਮ ਤੋਂ ਲਿਫਟ ਦਿੱਤੀ ਸੀ। ਸਮਝ ਲਓ ਉਸੇ ਲਿਫਟ ਨੇ ਮੈਨੂੰ ਲਿਫਟ ਦੇ ਕੇ ਇੱਥੋਂ ਤੱਕ ਪਹੁੰਚਾ ਦਿੱਤਾ ਕਿ ਹੱਕ ਮੰਗਦੀਆਂ ਜੁੱਤੀਆਂ ਘਸਾਉਣ ਵਾਲੀ ਔਰਤ ਦੀ ਧੀ ਹੁਣ ਤੱਕ ਮੰਗਦੇ ਲੋਕਾਂ ਦੇ ਹੱਕਾਂ ਨਾਲ ਇਨਸਾਫ ਕਰਿਆ ਕਰੋ। ਕੁੜੀ ਨੂੰ ਸ਼ਾਬਾਸ਼ ਦਿੰਦਿਆਂ ਇਮਾਨਦਾਰੀ ਤੇ ਇਨਸਾਫ ਦੇ ਪੱਲੇ ਕੁੱਟ ਕੇ ਫੜੀ ਰੱਖਣ ਬਾਰੇ ਕਹਿ ਕੇ ਮੈਂ ਫੋਨ ਬੰਦ ਕੀਤਾ ਤੇ ਅੱਖਾਂ ਮੀਟ ਕੇ ਬੜੇ ਸਾਲ ਪੁਰਾਣੀ ਧੁੰਦਲੀ ਹੋ ਚੁੱਕੀ ਯਾਦ ਦੇ ਦ੍ਰਿਸ਼ਾਂ ਨੂੰ ਸਾਫ਼ ਕਰਨ ਲੱਗ ਪਿਆ। ਜਿਵੇਂ ਹੀ ਮੈਂ ਘਟਨਾ ਦੀ ਤੰਦ ਫੜਦਾ, ਉਹ ਆਪਣੇ ਆਪ ਹੀ ਅਗਲੀ ਦਾ ਸਿਰਾ ਫੜ ਕੇ ਨਾਲ ਜੋੜ ਲੈਂਦੀ। ਇੰਜ ਅਚੇਤ ਮਨ ਦੀ ਨੌਕਰੀ ਲਗਾ ਉਹ ਸੀਨ ਸਾਫ਼ ਹੋ ਕੇ ਮੇਰੀਆਂ ਅੱਖਾਂ ਮੂਹਰੇ ਚੱਕਰ ਕੱਢਣ ਲੱਗ ਪਿਆ। ਅਸੀਂ ਡਲਹੌਜ਼ੀਓਂ ਵਾਪਸ ਆ ਰਹੇ ਸੀ। ਬੇਟੇ ਨੂੰ ਹਾਈਡਰੋ ਟਰਬਾਈਨਾਂ ਦੇ ਚੱਲਣ ਤੇ ਪਾਵਰ ਹਾਊਸ ਤੋਂ ਪੈਦਾ ਹੁੰਦੀ ਬਿਜਲੀ ਸਿਸਟਮ ਨੂੰ ਨੇੜਿਓਂ ਵਿਖਾਉਣ ਲਈ ਥੀਨ ਡੈਮ 'ਤੇ ਜਾਣਾ ਅਸੀਂ ਆਪਣੇ ਟੂਰ ਪ੍ਰੋਗਰਾਮ ਦੀ ਵਾਪਸੀ ਵਿੱਚ ਸ਼ਾਮਲ ਕੀਤਾ ਹੋਇਆ ਸੀ। ਧਾਰ ਤੋਂ ਡੈਮ ਦਾ ਰਸਤਾ ਪੁੱਛ ਕੇ ਝੀਲ ਦੇ ਖੱਬੇ ਕੰਢੇ ਜਾਂਦੀ ਸੜਕ ਪੈ ਕੇ ਅਸੀਂ ਮੀਲਾਂ ਲੰਬੀ ਜਲ ਧਾਰਾ ਉੱਤੇ ਨਜ਼ਰ ਮਾਰਦੇ ਹੋਏ ਡੈਮ ਨੇੜੇ ਪਹੁੰਚ ਗਏ। ਪਾਵਰ ਹਾਊਸ 'ਤੇ ਲੱਗੇ ਹੋਏ ਅਫਸਰ ਦੋਸਤ ਨੂੰ ਮੈਂ ਆਪਣੇ ਪ੍ਰੋਗਰਾਮ ਬਾਰੇ ਦੱਸਿਆ ਹੋਇਆ ਸੀ। ਉਸ ਦਾ ਡਰਾਈਵਰ ਮੇਨ ਪਾਰਕਿੰਗ ਵਿੱਚ ਸਾਡੀ ਉਡੀਕ ਕਰ ਰਿਹਾ ਸੀ। ਪਾਵਰ ਹਾਊਸ ਵੱਲ ਜਾਂਦੇ ਹੋਏ ਉਹ ਸਾਨੂੰ ਕੱਚੇ ਡੈਮ ਦੀ ਡੂੰਘਾਈ ਤੇ ਉਸ ਦੇ ਹੇਠੋਂ ਪਾਣੀ ਲੈ ਜਾਂਦੀਆਂ ਪੱਕੀਆਂ ਸੁਰੰਗਾਂ ਬਾਰੇ ਦੱਸਦਾ ਗਿਆ। ਦੋਸਤ ਨੇ ਪਾਣੀ ਦੇ ਦਬਾਅ ਨਾਲ ਘੁੰਮਦੀਆਂ ਟਰਬਾਈਨਾਂ ਤੇ ਉਹਨਾਂ ਦੀਆਂ ਮੋਟੀਆਂ ਸ਼ਾਫਟਾਂ ਨਾਲ ਘੁੰਮਦੀਆਂ ਪਾਵਰ ਚੱਕੀਆਂ ਵਿਖਾਈਆਂ ਤੇ ਹੋਰ ਜਾਣਕਾਰੀ ਦਿੱਤੀ। ਅਸੀਂ ਉੱਥੇ ਬੜਾ ਕੁਝ ਨਵਾਂ ਜਾਣਿਆ ਤੇ ਬਿਜਲੀ ਬਾਰੇ ਕੁਝ ਉਹ ਸਵਾਲ ਆਪਣੇ ਆਪ ਹੱਲ ਹੋ ਗਏ ਜੋ ਅਕਸਰ ਦਿਮਾਗ ਵਿੱਚ ਟਨ-ਟਨ ਕਰਦੇ ਰਹਿੰਦੇ ਸੀ।
ਬਾਅਦ ਵਿੱਚ ਉਹੀ ਡਰਾਈਵਰ ਸਾਨੂੰ ਡੈਮ ਦੀ ਬਾਹਰ ਵਾਲੀ ਪਾਰਕਿੰਗ ਵਿੱਚ ਉਤਾਰ ਗਿਆ, ਜਿੱਥੇ ਸਾਡੀ ਆਪਣੀ ਕਾਰ ਖੜ੍ਹੀ ਸੀ। ਕਾਰ ਦੀ ਝਾੜ ਪੂੰਝ ਕਰਦਿਆਂ ਥੋੜ੍ਹੀ ਦੇਰ ਟੀ ਸਟਾਲ 'ਤੇ ਨਿਕਲਦੇ ਪਕੌੜਿਆਂ ਦੀ ਸੁਗੰਧ ਨੇ ਸਾਡੇ ਪੇਟ ਨੂੰ ਵੀ ਹੁੱਜ ਮਾਰ ਦਿੱਤੀ ਅਤੇ ਉਹ ਆਪਣੀ ਭੁੱਖ ਦਾ ਅਹਿਸਾਸ ਕਰਾਉਣ ਲੱਗਾ। ਉਂਝ ਵੀ ਬੇਟਾ ਪਕੌੜਿਆਂ ਦਾ ਸ਼ੌਕੀਨ ਆ। ਡੈਮ 'ਤੇ ਪਾਵਰ ਹਾਊਸ ਵੇਖਦਿਆਂ ਸਾਨੂੰ ਸਮਾਂ ਵੀ ਕਾਫੀ ਲੱਗ ਗਿਆ ਸੀ। ਸਵੇਰੇ ਡਲਹੌਜੀ ਤੋਂ ਵੀ ਹਲਕਾ ਨਾਸ਼ਤਾ ਕਰਕੇ ਚੱਲੇ ਸੀ। ਸਾਡੇ ਪੈਰ ਆਪਣੇ ਆਪ ਹੀ ਉੱਧਰ ਨੂੰ ਚੱਲ ਪਏ। ਚਾਹ ਪਕੌੜਿਆਂ ਦਾ ਆਰਡਰ ਦੇ ਕੇ ਅਸੀਂ ਦਰਖਤ ਦੀ ਛਾਵੇਂ ਲੱਗੀਆਂ ਕੁਰਸੀਆਂ 'ਤੇ ਬੈਠੇ ਹੀ ਸੀ ਕਿ 40-45 ਸਾਲਾ ਔਰਤ ਨੇ ਬੜੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਸਾਡੀ ਮੰਜ਼ਿਲ ਬਾਰੇ ਪੁੱਛਿਆ। ਪਤਨੀ ਦੇ ਮੂੰਹੋਂ ਜਲੰਧਰ ਸੁਣ ਕੇ ਉਸਦੇ ਚਿਹਰੇ ਉੱਤੇ ਆਈ ਤਸੱਲੀ ਦਾ ਪ੍ਰਭਾਵ ਆਉਂਦਾ ਸੀ ਪੜਿਆ। ਪਤਨੀ ਦੇ ਇਸ਼ਾਰੇ 'ਤੇ ਉਹ ਸਾਡੇ ਕੋਲ ਬੈਠ ਗਈ। ਮੈਂ ਚਾਹ ਵਾਲੇ ਨੂੰ ਇੱਕ ਕੱਪ ਹੋਰ ਵਾਰੀ ਆਵਾਜ਼ ਦਿੱਤੀ। ਔਰਤ ਦੇ ਹੱਥ ਵਿੱਚ ਫੜੀ ਹੋਈ ਫਾਈਲ ਦੀ ਬਾਹਰਲੀ ਹਾਲਤ ਤੋਂ ਲੱਗਦਾ ਸੀ ਕਿ ਉਸ ਵਿਚਲੇ ਕਾਗਜ਼ ਕਾਫੀ ਦੇਰ ਤੋਂ ਕਿਸੇ ਮਨਜ਼ੂਰੀ ਲਈ ਭਟਕ ਰਹੇ ਸਨ। ਇਸ ਤੋਂ ਪਹਿਲਾਂ ਕਿ ਫਾਈਲ ਵੇਖ ਕੇ ਮੈਂ ਉਸਨੂੰ ਸਵਾਲ ਕਰਦਾ, ਉਸਨੇ ਤਰਸ ਦੀ ਪਾਤਰ ਬਣਦਿਆਂ ਕਾਰ ਵਿੱਚ ਪਠਾਨਕੋਟ ਤੱਕ ਲੈ ਜਾਣ ਲਈ ਕਿਹਾ। ਸਾਡੇ ਵੱਲੋਂ ਕੋਲ ਬਿਠਾਉਣ 'ਤੇ ਚਾਹ ਪਿਆਉਣ ਵਾਲੀ ਗੱਲ ਤੋਂ ਉਹ ਸਮਝ ਗਈ ਹੋ ਕਿ ਅਸੀਂ ਨਾ ਨਹੀਂ ਕਰਾਂਗੇ। ਪਤਨੀ ਦੇ ਹਾਂ ਦੇ ਉੱਤਰ ਵਿੱਚ ਉਸਨੇ ਪਹਿਲਾਂ ਸਾਡੇ ਵੱਲ ਹੱਥ ਜੋੜੇ ਅਤੇ ਫਿਰ ਆਕਾਸ਼ ਵੱਲ ਨੂੰ ਵੇਖਿਆ, ਜਿਵੇਂ ਵਾਹਿਗੁਰੂ ਤੇਰਾ ਸ਼ੁਕਰ ਹੈ ਕਿਹਾ ਹੋਵੇ। ਖਾਣ ਪੀਣ ਮੌਕੇ ਅਸੀਂ ਉਸ ਤੋਂ ਕੁਝ ਪੁੱਛਣਾ ਠੀਕ ਨਾ ਸਮਝਿਆ। ਖਾਣ ਪੀਣ ਹੋਣ ਅਤੇ ਅਗਲੀ ਮੰਜ਼ਿਲ 'ਤੇ ਪਹੁੰਚਣ ਦੇ ਪ੍ਰਬੰਧ ਨੇ ਔਰਤ ਦੇ ਚਿਹਰੇ ਉੱਤੇ ਕਿਸੇ ਉਮੀਦ ਦਾ ਪ੍ਰਭਾਵ ਉਭਾਰ ਦਿੱਤਾ ਸੀ। ਕਾਰ ਵਿੱਚ ਬੈਠਣ ਤੋਂ ਪਹਿਲਾਂ ਕੱਟੇ ਭਰੀਆਂ ਚੱਪਲਾਂ ਝਾੜਨ ਅਤੇ ਹੋਰ ਗੱਲਬਾਤ ਤੋਂ ਅਸੀਂ ਸਮਝ ਗਏ ਸੀ ਕਿ ਉਹ ਹਾਲਾਤਾਂ ਦੀ ਝੰਬੀ ਹੋਈ ਚੰਗੇ ਖਾਨਦਾਨ ਦੀ ਔਰਤ ਆ। ਅਜੇ 1.5-2 ਕਿਲੋਮੀਟਰ ਗਏ ਹੋਵਾਂਗੇ, ਸੜਕ ਉੱਤੇ ਸਟਾਪ ਦਾ ਬੋਰਡ ਸੀ। ਉੱਤਰ ਕੇ ਵੇਖਿਆ, ਬਣ ਰਹੇ ਪੁਲ ਦੇ ਨਾਲੋਂ ਦੀ ਚੱਲਦੇ ਅਕਹਿਰੇ ਰਸਤੇ ਨੂੰ ਥੋੜ੍ਹੀ ਦੇਰ ਲਈ ਬੰਦ ਕੀਤਾ ਗਿਆ ਸੀ। ਬੇਟਾ ਕੋਲ ਜਾ ਕੇ ਪਤਾ ਕਰ ਆਇਆ ਸੀ ਕਿ ਰਸਤਾ ਮਿਲਣ ਨੂੰ ਅੱਧਾ ਘੰਟਾ ਲੱਗਣਾ ਸੀ। ਅਸੀਂ ਏਸੀ ਚਲਾ ਕੇ ਕਾਰ 'ਚ ਬੈਠਣ ਨਾਲੋਂ ਨੇੜਲੇ ਰੁੱਖ ਦੀ ਸੰਘਣੀ ਛਾਵੇਂ ਬੈਠਣਾ ਬਿਹਤਰ ਸਮਝਿਆ। ਕਾਰ ਦੀ ਡਿੱਗੀ 'ਚ 2 ਚਟਾਈਆਂ ਪਈਆਂ ਸੀ। ਪਤਨੀ ਨੇ ਉਹ ਸ਼ਾਮ ਵਾਲੇ ਘਾਹ ਉੱਤੇ ਵਿਛਾ ਲਈਆਂ। ਇਸ ਦੌਰਾਨ ਔਰਤ ਸਾਡੇ ਨਾਲ ਘੁਲ ਮਿਲ ਗਈ ਸੀ। ਅਸੀਂ ਅਜੇ ਪੁੱਛਣ ਬਾਰੇ ਸੋਚ ਹੀ ਰਹੇ ਸੀ ਕਿ ਉਹ ਆਪ ਹੀ ਬੋਲ ਪਈ, ਤੁਸੀਂ ਕਿੰਨੇ ਚੰਗੇ ਹੋ ਨਾ, ਹੁਣ ਤੱਕ ਇਹ ਵੀ ਨਹੀਂ ਪੁੱਛਿਆ ਕਿ ਮੈਂ ਤੁਹਾਡੇ ਤੋਂ ਲਿਫਟ ਕਿਉਂ ਮੰਗੀ। ਉਸ ਦੇ ਮੂੰਹੋਂ ਲਿਫਟ ਸੁਣ ਕੇ ਅਸੀਂ ਸਮਝ ਗਏ ਕਿ ਉਸਨੇ ਹਾਈ ਸਕੂਲ ਤਾਂ ਜ਼ਰੂਰ ਪਾਸ ਕੀਤਾ ਹੋ। ਪਤਨੀ ਵੱਲੋਂ ਉਸਦੇ ਸਵਾਲ ਦੇ ਜਵਾਬ ਦਾ ਇਸ਼ਾਰਾ ਵੇਖ ਕੇ ਮੈਂ ਪੁੱਛਿਆ, ਬੀਬਾ ਜੀ ਤੁਹਾਡੀ ਬੇਵਸੀ ਅਸੀਂ ਚਿਹਰੇ ਤੋਂ ਪੜ੍ਹ ਕੇ ਹੀ ਕੋਲ ਵਹਾਇਆ ਸੀ, ਪਰ ਇਸ ਦਾ ਕਾਰਨ ਪੁੱਛਣ ਤੋਂ ਇਸ ਕਰਕੇ ਝਿਜਕ ਰਹੇ ਸੀ ਕਿ ਉਸ ਦੀ ਤਹਿ ਵਿੱਚ ਤੇਰੀ ਜ਼ਿੰਦਗੀ ਦਾ ਨਿੱਜ ਨਾ ਜੁੜਿਆ ਹੋਵੇ, ਜਿਸ ਬਾਰੇ ਜਾਣਨ ਦਾ ਸਾਨੂੰ ਕੋਈ ਹੱਕ ਨਹੀਂ। ਉਮਰ ਵਿੱਚ ਛੋਟੇ ਹੋਣ ਕਰਕੇ ਮੇਰੇ ਤੋਂ ਸਹਿਬਨ ਉਸ ਨੂੰ ਤੂੰ ਕਿਹਾ ਹੋ ਗਿਆ। ਦੇਖੋ ਭਾਜੀ, ਛੁਪਿਆ ਤਾਂ ਹਰੇਕ ਦਾ ਬੜਾ ਕੁਝ ਹੁੰਦਾ, ਜੋ ਅਣਜਾਣਾਂ ਨਾਲ ਸਾਂਝਾ ਕਰਨਾ ਬਹੁਤ ਵਾਰੀ ਖਤਰਿਆਂ ਨੂੰ ਸੱਦਾ ਸਾਬਿਤ ਹੋ ਜਾਂਦਾ। ਪਿਛਲੇ 5-6 ਸਾਲਾਂ 'ਚ ਮੈਂ ਬੜੇ ਸਬਕ ਸਿੱਖ ਗਏ ਨੇ। ਹੁਣ ਤਾਂ ਮੈਨੂੰ ਅਗਲੇ ਦੀ ਅੱਖ 'ਚੋਂ ਪਹਿਚਾਣ ਹੋਣ ਲੱਗ ਪਈ ਆ ਕਿ ਉਸਦੇ ਮਨ ਵਿੱਚ ਕੀ ਆ। ਤੁਹਾਨੂੰ ਡੈਮ ਵਾਲਿਆਂ ਦੀ ਗੱਡੀ 'ਚ ਉਤਰਦਿਆਂ ਵੇਖ ਕੇ ਮੈਨੂੰ ਹੌਂਸਲਾ ਹੋ ਗਿਆ ਸੀ, ਤਾਂ ਹੀ ਮੈਂ ਬਿਨਾਂ ਝਿਜਕ ਕੋਲ ਬੈਠ ਗਈ ਅਤੇ ਲਿਫਟ ਮੰਗੀ ਸੀ। ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੀ, ਸੜਕ ਖੁੱਲ੍ਹਣ ਤੱਕ ਮੈਂ ਮੋਟੀ ਗੱਲ ਦੱਸਦੀ ਹਾਂ। ਸ਼ਾਇਦ ਤੁਸੀਂ ਮੇਰਾ ਕੰਮ ਨਪੇਰੇ ਚਾੜ੍ਹਨ ਵਿੱਚ ਕੁਝ ਮਦਦ ਕਰ ਸਕੋ। ਫਿਰ ਤਾਂ ਸੋਹਣੇ 'ਤੇ ਸੁਹਾਗਾ ਸਾਬਤ ਹੋ ਜੂ ਇਹ ਲਿਫਟ। ਸਾਡੇ ਬੇਟੇ ਨੂੰ ਪੁਲਿਸਾਰੀ ਦੇ ਹੋ ਰਿਹਾ ਕੰਮ ਵੇਖਣ ਦੀ ਉਤਸੁਕਤਾ ਸੀ। ਉਹ ਉੱਧਰ ਚਲੇ ਗਿਆ। ਦੁਖਿਆਰੀ ਔਰਤ ਦੀ ਸਮੱਸਿਆ ਜਾਣਨ ਦੀ ਉਤਸੁਕਤਾ ਸਾਡੇ ਮਨਾਂ ਵਿੱਚ ਜਾਗ ਆਈ ਸੀ। ਪਤਨੀ ਨੇ ਉਸ ਨੂੰ ਬਿਨਾਂ ਝਿਜਕ ਦੱਸਣ ਲਈ ਕਹਿੰਦੇ ਹੋਏ ਇਹ ਭਰੋਸਾ ਦਿੱਤਾ ਕਿ ਉਸਦੇ ਭੇਦ ਸਾਡੇ ਤੋਂ ਅੱਗੇ ਕਿਸੇ ਕੋਲ ਨਹੀਂ ਜਾਣਗੇ। ਹਰਾ ਰੰਗ ਫਿੱਕਾ ਹੋ ਕੇ 2 ਰੰਗੀ ਬਣੀ ਹੋਈ ਚੁੰਨੀ ਨੂੰ ਸਿਰ ਉੱਤੇ ਸਵਾਰਦੇ ਹੋਏ ਉਸਨੇ ਹੱਥ ਜੋੜੇ ਆਕਾਸ਼ ਵੱਲ ਵੇਖਿਆ ਅਤੇ ਆਪਣਾ ਪਟਾਰਾ ਖੋਲ੍ਹ ਲਿਆ। ਖਾਂਦੇ ਪੀਂਦੇ ਘਰ ਵਿੱਚ ਪੈਦਾ ਹੋਈ 3 ਭਰਾਵਾਂ ਤੋਂ ਛੋਟੀ ਹਾਂ। ਸਹੁਰੇ ਘਰ ਆਉਂਦਿਆਂ ਹੀ ਮੇਰੇ ਨਾਂ ਉੱਤੇ ਲੱਗੇ ਸੀਤੋ ਦੇ ਠੱਪੇ ਨੇ ਹੁਣ ਬਹੁਤਿਆਂ ਨੂੰ ਚੇਤਾ ਹੀ ਭੁਲਾ ਦਿੱਤਾ ਕਿ ਸਰਕਾਰੀ ਕਾਗਜ਼ਾਂ ਵਿੱਚ ਮੈਂ ਮਾਪਿਆਂ ਦੇ ਨਾਂ ਵਾਲੀ ਸੁਰਜੀਤ ਹਾਂ। ਉਸ ਹੁੰਦੜਹੇਲ ਉਮਰੇ ਮੇਰੇ ਸੁਪਨੇ ਬੜੇ ਉੱਚੇ ਹੁੰਦੇ ਸੀ। ਕੁੜੀਆਂ ਦੇ ਸੈਕੰਡਰੀ ਸਕੂਲ ਦੀਆਂ ਹੁਸ਼ਿਆਰ ਜਮਾਤਾਂ ਵਿੱਚ ਆਉਂਦੀ ਸੀ ਮੈਂ। ਗਾਊਨ ਪਾ ਕੇ ਡਿਗਰੀ ਲੈਣ ਦੇ ਸੁਪਨੇ ਵੇਖਿਆ ਕਰਦੀ ਸੀ, ਪਰ ਡੈਡੀ ਦੀ ਲਾਇਲਾਜ ਬਿਮਾਰੀ ਨੇ ਸਭ ਕੁਝ ਪੁੱਠਾ ਕਰਤਾ। ਮਹਿੰਗੇ ਹਸਪਤਾਲਾਂ ਦੇ ਇਲਾਜ ਨੇ ਕੁਝ ਮਹੀਨਿਆਂ ਵਿੱਚ ਸਾਡੇ ਘਰ ਦੀ ਹਾਲਤ ਬੁਰੀ ਹੋ ਗਈ। ਅਸੀਂ ਡੈਡੀ ਦੇ ਸਾਹਾਂ ਨੂੰ ਸਾਲਾਂ ਤੱਕ ਵਧਾ ਨਾ ਸਕੇ ਅਤੇ ਗੁਰੂ ਦਾ ਭਾਣਾ ਮੰਨ ਕੇ ਬਹਿ ਗਏ। ਉਦੋਂ ਤੱਕ ਮੈਂ ਜਵਾਨੀ ਵਿੱਚ ਪੈਰ ਧਰ ਲਏ ਹੋਏ ਸੀ।
ਡੈਡੀ ਤੋਂ ਬਾਅਦ ਕਾਲਜ ਦੇ ਸੁਪਨੇ ਤਾਂ ਮੈਂ ਆਪੇ ਹੀ ਮਾਰ ਲਏ ਸੀ। ਮੇਰੇ ਭਰਾ ਬੜੇ ਹੌਸਲੇ ਵਾਲੇ ਨੇ। ਉਹਨਾਂ ਦੇ ਹੱਥ ਖਾਲੀ ਹੋ ਗਏ, ਪਰ ਹੌਸਲੇ ਦਾ ਪੱਲਾ ਉਹਨਾਂ ਘੁੱਟ ਕੇ ਫੜੀ ਰੱਖਿਆ। ਫਰਸ਼ 'ਤੇ ਡਿੱਗੇ ਹੋਇਆਂ ਦੀ ਨੀਚ ਆਕਾਸ਼ ਵੱਲ ਲੱਗੀ ਰਹਿੰਦੀ, ਪਰ ਉਖੜੇ ਪੈਰ ਇੰਨੀ ਛੇਤੀ ਥੋੜ੍ਹੇ ਲੱਗ ਜਾਣੇ ਸੀ। ਲੀਓ ਲੱਥੇ ਤਾਂ ਗੱਡੀ ਦੇ ਡੱਬੇ ਚੁੱਕਣ ਨੂੰ ਵੀ ਸਮਾਂ ਲੱਗਦਾ। ਮੇਰੇ ਭਰਾਵਾਂ ਨੂੰ ਤਾਂ ਕਾਰੋਬਾਰ ਦੀ ਸਥਾਪਤੀ ਦਾ ਫਿਕਰ ਸੀ, ਪਰ ਸਾਡੀ ਮੰਮੀ ਨੂੰ ਨਾਲੋਂ ਨਾਲ ਮੇਰੇ ਹੱਥ ਪੀਲੇ ਕਰਨ ਦੀ ਚਿੰਤਾ ਵੀ ਲੱਗੀ ਰਹਿੰਦੀ। ਉਦੋਂ 20ਵੇਂ ਵਰ੍ਹੇ 'ਚ ਸਾਂ ਮੈਂ। ਚਾਚਾ ਜੀ ਨੇ ਕਿਤੋਂ ਦੀਪਕ ਬਾਰੇ ਦੱਸ ਪਾਈ। ਇਸ ਦਾ ਵੱਡਾ ਭਰਾ ਵਿਆਹਿਆ ਹੋਇਆ ਸੀ। ਇਹ ਸਿੰਚਾਈ ਵਿਭਾਗ 'ਚ ਬੇਲਦਾਰ ਸਨ। 4-5 ਸਾਲਾਂ ਦੀ ਨੌਕਰੀ ਹੋ ਗਈ ਹੋਈ ਸੀ ਉਦੋਂ ਤੱਕ। ਮੰਮੀ ਤੇ ਭਰਾਵਾਂ ਨੂੰ ਰਿਸ਼ਤਾ ਚੰਗਾ ਲੱਗਾ ਤੇ ਉਹਨਾਂ ਹਾਂ ਕਰਨ ਦਾ ਵੇਲਾ ਨਾ ਖੁੰਝਾਇਆ। ਇਹਨਾਂ ਦੀ ਮੰਗ ਕੋਈ ਨਹੀਂ ਸੀ। ਇੱਕ ਤਾਂ ਇਸ ਪਾਸੇ ਲੋਕ ਰਿਸ਼ਤਾ ਕਰਨ ਲੱਗਿਆਂ 100 ਵਾਰ ਸੋਚਦੇ ਨੇ। ਇਸੇ ਕਰਕੇ ਸ਼ਾਇਦ ਪਰਿਵਾਰ ਉੱਤੇ ਲੋੜਵੰਦ ਦਾ ਠੱਪਾ ਲੱਗ ਗਿਆ ਹੋ, ਮੈਨੂੰ ਨਹੀਂ ਪਤਾ। ਇਹ ਦੋਵੇਂ ਭਰਾ ਨਿੱਕੇ ਸੀ ਜਦ ਪਿਓ ਮਰ ਗਿਆ ਤੇ ਮਾਂ ਨੇ ਇਹਨਾਂ ਦੀ ਪਰਵਾਹ ਕੀਤੇ ਬਗੈਰ ਕਿਸੇ ਹੋਰ ਨਾਲ ਚਾਦਰ ਪਵਾ ਲਈ ਸੀ। ਲੋਕ ਤਾਂ ਅਜੇ ਤੱਕ ਉਸ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਦੱਸਣ ਦਾ ਮੌਕਾ ਨਹੀਂ ਖੁੰਝਾਉਂਦੇ। ਅਖੇ ਭਾਨਾ ਰਾਮ ਦੀ ਵਹੁਟੀ ਡੈਨ ਸੀ। ਦੱਸਦੇ ਨੇ ਕਿ ਇਹਨਾਂ ਦੋਹਾਂ ਨੂੰ ਦਾਦਾ ਦਾਦੀ ਨੇ ਪਾਲ ਪੋਸ ਕੇ ਵੱਡੇ ਕੀਤਾ ਸੀ। ਇਸੇ ਕਰਕੇ ਪਿੰਡ ਵਾਲੇ ਜੱਗੂ ਭਲਵਾਨ ਦੀਆਂ ਹੁਣ ਤੱਕ ਸਿਫਤਾਂ ਕਰਦੇ ਨੇ। ਵਿਆਹ ਮੌਕੇ ਇਹਨਾਂ ਨਾ ਕੋਈ ਮੰਗ ਕੀਤੀ ਤੇ ਨਾ ਹੀ ਸ਼ਰਤ ਰੱਖੀ। ਇੱਕ ਵਾਰ ਤਾਂ ਮੈਨੂੰ ਮਾਪੇ ਭੁੱਲ ਗਏ ਸੀ। ਐਵੇਂ ਕਿਉਂ ਮਾੜਾ ਕਹਾਂ। ਦੀਪਕ ਮੈਨੂੰ ਰਚ ਕੇ ਪਿਆਰ ਕਰਦਾ ਸੀ। ਮੇਰੀ ਜਠਾਣੀ ਵੀ ਕਿਸੇ ਚੰਗੇ ਘਰ ਦੀ ਕੁੜੀ ਸੀ। ਉਹ ਬੜਾ ਸਾਥ ਦਿੰਦੀ ਰਹੀ ਮੇਰਾ। ਸਤਿਕਾਰ ਤਾਂ ਮੈਂ ਜੇਠ ਦਾ ਵੀ ਕਰਦੀ ਸੀ, ਪਰ ਉਹ ਪਤਾ ਨਹੀਂ ਕਿਸ ਗੱਲੋਂ ਮੇਰੇ ਨਾਲ ਈਰਖਾ ਕਰਦਾ ਸੀ। ਬੜੇ ਸ਼ੱਕੀ ਸੁਭਾਅ ਦਾ ਏ ਉਹ। ਉਦੋਂ ਤਾਂ ਬਹੁਤਾ ਹੀ ਸਨਕੀ ਜਿਹਾ ਹੁੰਦਾ ਸੀ। ਮੇਰੇ ਵੱਲ ਕੈਰੀ ਅੱਖ ਝਾਕਣ ਤੋਂ ਮੇਰੇ ਬਾਰੇ ਉਸਦੀ ਖੋਟੀ ਨੀਤ ਦੀ ਝਲਕ ਪੈਂਦੀ ਸੀ। ਆਪਣੀ ਵਹੁਟੀ ਨਾਲ ਵੀ ਉਸਦੀ ਬਹੁਤੀ ਨਹੀਂ ਸੀ ਬਣਦੀ ਹੁੰਦੀ। ਹਰ ਵੇਲੇ ਤਾਨੇ ਮਿਹਣੇ ਮਾਰਦਾ ਰਹਿੰਦਾ ਸੀ ਉਸਨੂੰ। ਖੈਰ, ਮੈਂ ਕਿਹੜੀ ਕਿਸੇ ਛੇੜ ਕੇ ਬਹਿ ਗਈ। ਦੱਸਣਾ ਤੇ ਆਪਣੇ ਬਾਰੇ ਸੀ, ਪਰ ਤੁਸੀਂ ਸਿਆਣੇ ਹੋ ਭੈਣ ਜੀ। ਦਰਦਾਂ ਦੀ ਪੰਡ ਖੋਲ੍ਹਦਿਆਂ ਥੋੜ੍ਹਾ ਬਹੁਤ ਖਲਾਰਾ ਤਾਂ ਪੈ ਹੀ ਜਾਂਦਾ। ਵਿਆਹ ਤੋਂ ਸਾਲ ਕੁ ਬਾਅਦ ਸਾਡਾ ਪਹਿਲਾ ਬੱਚਾ ਹੋਇਆ। ਬੜੀ ਚਾਹ ਕੀਤੀ ਸੀ ਅਸੀਂ ਉਸਦੇ ਜਨਮ ਦੀ। ਬਸ ਫਿਰ ਚੱਲ ਸੋ ਚੱਲ। ਦੋਹਾਂ ਤੋਂ ਬਾਅਦ ਮੈਂ ਹੋਰ ਤੋਂ ਤੌਬਾ ਦੇ ਬਥੇਰੇ ਯਤਨ ਕਰਦੀ ਰਹੀ, ਪਰ ਉਹ ਕਿੱਥੇ ਮੰਨਿਆ ਕਰੇ। ਦੁੱਧ ਤਾਂ ਉਸਨੇ ਵੀ ਉਸੇ ਮਾਂ ਦਾ ਹੀ ਚੁੰਗਿਆ ਹੋਇਆ ਸੀ, ਜਿਸ ਨੇ ਦੂਜੇ ਬੰਦੇ ਦੇ ਘਰ ਜਾ ਕੇ ਵੀ ਲਾਈਨ ਲਾ ਦਿੱਤੀ ਸੀ। ਮੈਂ ਬਚਦੀ ਤਾਂ ਬਥੇਰੀ ਰਹੀ, ਪਰ ਥੋੜ੍ਹੇ ਸਾਲਾਂ ਬਾਅਦ ਅੱਧੀ ਕੁ ਦਰਜਨ ਬਾਲ ਸਾਡੇ ਵਿਹੜੇ ਖੇਡਣ ਲੱਗ ਪਏ। 3 ਭੈਣਾਂ ਨੂੰ ਇੱਕ ਵੀਰ ਮਿਲਣਾ ਸਾਨੂੰ ਵੀ ਚੰਗਾ ਲੱਗਣ ਲੱਗ ਪਿਆ। ਭੈਣ ਜੀ, ਕੁਝ ਵੀ ਹੋਵੇ, ਹੁੰਦੇ ਤਾਂ ਕੁੱਖ 'ਚੋਂ ਨਿਕਲੇ ਆਪਣੇ ਜਿਗਰ ਦੇ ਟੁਕੜੇ ਹੀ ਨੇ। ਦੀਪਕ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦਾ ਸੀ ਤੇ ਸਾਡੀ ਗ੍ਰਸਤੀ ਵਧੀਆ ਚਲੀ ਜਾਂਦੀ ਸੀ। ਆਹ ਡੈਮ ਬਣਦਾ ਸੀ ਉਦੋਂ ਜਦ ਵੱਡੇ ਹੜ੍ਹ ਆਏ ਸੀ। ਦੀਪਕ ਦੀ ਬਦਲੀ ਡੈਮ ਉੱਤੇ ਹੋ ਗਈ। ਮਿਹਨਤ ਬਹੁਤ ਸੀ ਉਹ। ਕੰਮ ਚੋਰੀ ਤਾਂ ਉਸਦੇ ਲਾਗਿਓਂ ਵੀ ਨਹੀਂ ਸੀ ਲੰਘੀ ਹੋਈ। ਜੋ ਡਿਊਟੀ ਲੱਗਦੀ ਪੂਰੀ ਕਰਨ ਲਈ ਤਨ ਮਨ ਲਾ ਦਿੰਦਾ। ਐਵੇਂ ਕਿਉਂ ਮਾੜਾ ਕਹਾਂ। ਮੇਰੀ ਜ਼ਿੰਦਗੀ ਦੇ ਉਹ ਸਾਲ ਬਹੁਤ ਚੰਗੇ ਲੰਘ ਰਹੇ ਸੀ। ਅਸੀਂ ਹੌਸਲਾ ਜਿਹਾ ਕਰਕੇ ਸ਼ਹਿਰ ਵਿੱਚ ਘਰ ਖਰੀਦ ਲਿਆ। ਕਲੋਨੀ ਨਵੀਂ ਵਸ ਰਹੀ ਸੀ। ਸਾਡੀਆਂ ਖੁਸ਼ੀਆਂ ਨੂੰ 4 ਚੰਨ ਲੱਗ ਗਏ। ਪੇਕਿਆਂ ਵੱਲੋਂ ਵੀ ਮੈਨੂੰ ਠੰਡੀ ਹਵਾ ਆਉਣ ਲੱਗ ਪਈ ਸੀ। ਭਰਾਵਾਂ ਨੇ ਕਾਰੋਬਾਰ ਨੂੰ ਪਹਿਲਾਂ ਤੋਂ ਵੀ ਚੰਗਾ ਚਲਾ ਲਿਆ ਸੀ। ਬੋਲਦੀ ਹੋਈ ਸੀ ਤੋਂ ਥੋੜ੍ਹਾ ਰੁਕੀ। ਜਿਵੇਂ ਕਿਸੇ ਰਿਸ਼ਤੇ ਜ਼ਖਮ ਨੂੰ ਖਰੀਦਣ ਤੋਂ ਪਹਿਲਾਂ ਬੰਦਾ ਹੌਸਲਾ ਇਕੱਠਾ ਕਰਨ ਲੱਗ ਪੈਂਦਾ। ਉਸਨੇ ਲੰਮਾ ਸਾਹ ਲਿਆ। ਆਲਾ ਦੁਆਲਾ ਵੇਖ ਕੇ ਅੱਗੋਂ ਸ਼ੁਰੂ ਹੋਈ। ਇੱਕ ਦਿਨ ਅਸੀਂ ਕਿਸੇ ਕੰਮ ਇਕੱਠੋਏ ਗਏ ਸੀ। ਨਿੱਕੀ ਬੇਟੀ ਸਾਡੇ ਨਾਲ ਸੀ। ਵਾਪਸ ਆਉਂਦਿਆਂ ਲਖਨਪੁਰ ਥੋੜ੍ਹੀ ਦੂਰ ਰਹਿ ਗਿਆ ਸੀ। ਟੋਲ ਨਾਕੇ ਤੋਂ ਜੀਪ ਭਜਾ ਕੇ ਜਾਂਦੇ ਬੰਦੇ ਨੇ ਸਾਡੀ ਕਾਰ ਨੂੰ ਟੱਕਰ ਮਾਰ ਦਿੱਤੀ। ਸਾਡੀ ਤਿੰਨਾਂ ਦੀ ਜਾਨ ਤਾਂ ਬਚ ਗਈ, ਪਰ ਦੀਪਕ ਦੀ ਰੀੜ੍ਹ ਦੀਆਂ ਹੱਡੀਆਂ ਹਿੱਲ ਗਈਆਂ। ਸਾਨੂੰ ਮਾਂ ਧੀ ਨੂੰ ਆਪਣੇ ਜ਼ਖਮਾਂ ਦਾ ਉਨਾ ਦਰਦ ਨਾ ਹੋਵੇ ਜਿੰਨਾ ਅਸੀਂ ਦੀਪਕ ਵੱਲ ਵੇਖ ਕੇ ਰੋਈਆਂ। 2-2.5 ਮਹੀਨੇ ਇਲਾਜ ਚੱਲਿਆ। ਕਈ ਵਾਰ ਠੀਕ ਹੁੰਦੇ ਉਸਦੀ ਹਾਲਤ ਫਿਰ ਵਿਗੜ ਜਾਂਦੀ ਤੇ ਆਖਿਰ ਉਹ ਸਾਨੂੰ ਇਕੱਲਿਆਂ ਛੱਡ ਗਿਆ। ਸਾਡੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਜ਼ਿੰਦਗੀ ਦੀ ਚਲਦੀ ਹੋਈ ਗੱਡੀ ਖੱਡ ਵਿੱਚ ਜਾ ਡਿੱਗੀ। ਸਾਡੇ ਵੱਡੇ ਮੁੰਡੇ ਉਦੋਂ ਕਾਲਜ ਵਿੱਚ ਸਨ ਤੇ ਸਭ ਤੋਂ ਛੋਟੀ ਚੌਥੀ ਵਿੱਚ। ਮਹਿਕਮੇ ਨੇ ਤਨਖਾਹ ਬੰਦ ਕਰਨੀ ਹੀ ਸੀ। ਭਰਾਵਾਂ ਉੱਤੇ ਕਿੰਨੀ ਕੁ ਦੇਰ ਬੋਝ ਬਣ ਸਕਦੇ ਸੀ। ਉਹਨਾਂ ਤਾਂ ਦੀਪਕ ਦੇ ਇਲਾਜ ਉੱਤੇ ਪੈਸਾ ਰੋੜਨ ਤੋਂ ਕੋਈ ਸਰਫਾ ਨਹੀਂ ਸੀ ਕੀਤਾ। ਸਾਲ ਕੁ ਬਾਅਦ ਦੀਪਕ ਵਾਲੀ ਪੈਨਸ਼ਨ ਤਾਂ ਲੱਗ ਗਈ, ਪਰ ਉਸ ਨਾਲ ਤਾਂ ਘਰ ਦਾ ਰਾਸ਼ਨ ਪਾਣੀ ਮਸਾਂ ਪੂਰਾ ਹੁੰਦਾ। 6 ਬੱਚਿਆਂ ਦੀ ਫੀਸ ਹੀ ਮਾਣ ਨਹੀਂ ਸੀ। ਮੈਂ ਤਰਸ ਦੇ ਆਧਾਰ ਉੱਤੇ ਸਰਕਾਰੀ ਨੌਕਰੀ ਵਾਲੀ ਆ ਫਾਈਲ ਨੂੰ 3 ਸਾਲਾਂ ਤੋਂ ਚੱਕੀ ਫਿਰਦੀ ਹਾਂ। ਕਦੇ ਇਹ ਤੇ ਕਦੇ ਉਹ ਰਿਪੋਰਟ ਕਰਾਉਣ ਦੇ ਨੋਟ ਲੱਗੀ ਜਾ ਰਹੇ ਨੇ। ਜਿਹੜੇ ਕਲਰਕ ਜਾਂ ਅਫਸਰ ਕੋਲ ਜਾਂਦੀ ਹਾਂ, ਉਹ ਐਂ ਅੱਖਾਂ ਪਾੜ ਵੇਖਦਾ
ਜਿਵੇਂ ਖਾ ਜਾਣਾ ਹੋਵੇ। ਵੇਖਦੇ ਸਾਰ ਪਹਿਲਾਂ ਤਾਂ ਮੈਨੂੰ ਸਿਰ ਤੋਂ ਪੈਰਾਂ ਤੱਕ ਨਿਹਾਰਦੇ ਨੇ ਅਤੇ ਫਿਰ ਕੰਮ ਪੁੱਛਦੇ ਨੇ। ਮੈਨੂੰ ਤਾਂ ਇਹ ਕੁਰਸੀਆਂ ਉੱਤੇ ਬੈਠੇ ਬਘਿਆੜ ਲੱਗਦੇ ਨੇ। ਕੀ ਇਹਨਾਂ ਦੇ ਆਪਣੇ ਘਰ ਧੀਆਂ ਭੈਣਾਂ ਨਹੀਂ ਹੁੰਦੀਆਂ? ਭਾਅ ਜੀ ਗੁੱਸਾ ਨਾ ਕਰਿਓ, ਮੈਂ ਸਾਰਿਆਂ ਨੂੰ ਤਾਂ ਇੱਕੋ ਰੱਸੇ ਨਹੀਂ ਵਲੇਟਦੀ, ਪਰ ਜਿਹੜੇ ਥੋੜ੍ਹੇ ਚੰਗੇ ਹੈ ਵੀ ਉਹਨਾਂ ਦੀ ਇਹ ਬਘਿਆੜ ਬਹੁਤੀ ਪੇਸ਼ ਨਹੀਂ ਚੱਲਣ ਦਿੰਦੇ। ਬੜਾ ਤਜਰਬਾ ਹੋ ਗਿਆ ਮੈਨੂੰ ਦਫ਼ਤਰਾਂ ਦੇ ਗੇੜੇ ਕੱਢਦਿਆਂ। ਇਹਨਾਂ ਵੱਲੋਂ ਕੀਤੀ ਜਾਣ ਵਾਲੇ 5 ਮਿੰਟ ਦੇ ਕੰਮ ਬਦਲੇ ਇਹ ਲੋਕ ਅਗਲੇ ਦੇ 10-10 ਗੇੜੇ ਕਢਵਾਉਂਦੇ ਨੇ। ਔਰਤਾਂ ਨੂੰ ਤਾਂ ਮਰਦਾਂ ਤੋਂ ਵੀ ਜ਼ਿਆਦਾ ਪਰੇਸ਼ਾਨ ਕਰਦੇ ਆ। ਇਹੋ ਜਿਹੇ ਪੁੱਠੇ ਸਿੱਧੇ ਸਵਾਲ ਕਰਨਗੇ ਜਿਸ ਦਾ ਫਾਈਲ ਨਾਲ ਦੂਰ ਦਾ ਵਾਸਤਾ ਨਹੀਂ ਹੁੰਦਾ। ਹੁਣ ਆਹ ਅੱਜ ਵਾਲਾ ਓਬਜੈਕਸ਼ਨ ਆਪੇ ਹੀ ਪੜ੍ਹ ਲਓ। ਸਹੀ ਸਬਕ ਤਾਂ ਲਿਖਣ ਵਾਲੇ ਕਲਰਕ ਤੋਂ ਨਹੀਂ ਲਿਖਿਆ ਗਿਆ ਅਤੇ ਉਸਦੀ ਸਜ਼ਾ ਮੈਨੂੰ ਭੁਗਤਣ ਲਈ ਕਿਹਾ ਗਿਆ। ਕੰਮ ਵੱਲ ਧਿਆਨ ਦੇਣ ਤਾਂ ਗਲਤੀਆਂ ਕਾਹਤੋਂ ਹੋਣ। ਅਤੇ ਉਸਨੇ ਹੱਥ ਵਿੱਚ ਫੜੀ ਫਾਈਲ ਖੋਲ੍ਹ ਕੇ ਉਸ ਗਲਤੀ ਵਾਲਾ ਫਾਰਮ ਮੇਰੇ ਮੂਹਰੇ ਕਰਤਾ। ਫਾਰਮ 'ਤੇ ਕਿਸੇ ਕਲਰਕ ਵੱਲੋਂ ਕੀਤੀ ਰਿਪੋਰਟ ਵਿੱਚ ਰੈਗੂਲਰ ਦੀ ਥਾਂ ਰੈਗੂਲੇਟਡ ਲਿਖਿਆ ਗਿਆ ਹੋਇਆ ਸੀ। ਮੈਂ ਫਾਈਲ ਦੇ ਹੋਰ ਵਰਕੇ ਫਰੋਲ ਕੇ ਵੇਖੇ। ਵਾਕਿਆ ਕਈ ਰਿਪੋਰਟਾਂ ਅਤੇ ਸਰਟੀਫਿਕੇਟਾਂ ਉੱਤੇ 2.5-3 ਸਾਲ ਪੁਰਾਣੀਆਂ ਤਰੀਕਾਂ ਪਈਆਂ ਹੋਈਆਂ ਸੀ। ਫਾਈਲ ਦੇ ਸਾਰੇ ਕਾਗਜ਼ ਵੇਖ ਕੇ ਮੈਂ ਸਮਝ ਲਿਆ ਕਿ ਔਰਤ ਨੇ ਕੁਰਸੀਆਂ ਵਾਲਿਆਂ ਨੂੰ ਬਘਿਆੜ ਕਹਿ ਕੇ ਸੱਚ ਹੀ ਬੋਲਿਆ ਹੈ। ਕਈ ਨਿੱਕੀਆਂ ਨਿੱਕੀਆਂ ਗਲਤੀਆਂ ਉਸ ਨੂੰ ਪਰੇਸ਼ਾਨ ਕਰਨ ਲਈ ਹੀ ਕੀਤੀਆਂ ਹੋਈਆਂ ਸੀ ਅਤੇ ਜਿਸ ਅੱਖਰ ਦੀ ਗਲਤੀ ਠੀਕ ਕਰਵਾ ਕੇ ਲਿਆਉਣ ਲਈ ਉਸਨੂੰ ਕਿਹਾ ਗਿਆ ਸੀ, ਉਸ ਨੂੰ ਨਜ਼ਰ ਅੰਦਾਜ਼ ਕਰਨ ਨਾਲ ਕੇਸ ਉੱਤੇ ਜ਼ਰਾ ਵੀ ਫਰਕ ਨਹੀਂ ਸੀ ਪੈਂਦਾ। ਪਹਿਲਾਂ ਤਾਂ ਮੈਂ ਸੋਚਿਆ ਕਿ ਹੁਣ ਇਸ ਦੇ ਨਾਲ ਜਾ ਕੇ ਉਸ ਕਲਰਕ ਨਾਲ ਪੰਗਾ ਲੈ ਲਵਾਂ ਜਿਸ ਨੇ ਇਹ ਇਤਰਾਜ਼ ਲਾਇਆ ਸੀ। ਅਚਾਨਕ ਮੈਨੂੰ ਯਾਦ ਆਇਆ ਮੇਰਾ ਇੱਕ ਚੰਗਾ ਜਾਣਕਾਰ ਉਸੇ ਦਫ਼ਤਰ ਲੱਗਿਆ ਹੋਇਆ ਸੀ ਜਿੱਥੋਂ ਔਰਤ ਨੇ ਉਹ ਗਲਤੀ ਠੀਕ ਕਰਵਾ ਕੇ ਲਿਆਉਣੀ ਸੀ। ਖਦਸ਼ਾ ਹੋਇਆ ਕਿ ਉਹ ਗਲਤ ਸ਼ਬਦ ਵਾਲੀ ਰਿਪੋਰਟ ਦੇ ਹੇਠਾਂ ਦਸਤਖਤ ਕਿਤੇ ਉਸਦੇ ਦੋਸਤ 'ਤੇ ਹੀ ਨਾ ਹੋਣ, ਜਿਸ ਦਾ ਸ਼ੱਕ ਮੈਨੂੰ ਦਸਤਖਤਾਂ ਦੇ ਪਹਿਲੇ ਅੱਖਰ ਡੀ ਤੋਂ ਹੋਇਆ ਸੀ। ਇੰਨੇ ਨੂੰ ਰਸਤਾ ਚਾਲੂ ਹੋ ਗਿਆ ਸੀ। ਮੈਂ ਫਾਈਲ ਪੇਟ ਕੇ ਔਰਤ ਨੂੰ ਫੜਾਈ ਅਤੇ ਕਾਰ 'ਚ ਬੈਠ ਕੇ ਚੱਲ ਪਏ। ਸੜਕ ਦੀ ਹਾਲਤ ਖਸਤਾ ਹੋਣ ਕਰਕੇ ਸਾਨੂੰ ਪਠਾਨਕੋਟ ਸ਼ਹਿਰ ਪਹੁੰਚਦਿਆਂ ਅੱਧੇ ਘੰਟੇ ਤੋਂ ਜ਼ਿਆਦਾ ਸਮਾਂ ਲੱਗ ਗਿਆ। ਇਸ ਦੌਰਾਨ ਪਿਛਲੀ ਸੀਟ ਉੱਤੇ ਪਤਨੀ ਦੇ ਨਾਲ ਬੈਠੀ ਉਹ ਗੱਲਾਂ ਮਾਰਦੀ ਰਹੀ। ਮੈਂ ਔਰਤ ਨੂੰ ਅਗਲੇ ਦਿਨ ਟਾਈਮ ਦੇ ਪਠਾਨਕੋਟ ਵਾਲੀ ਮੁੱਖ ਦਫ਼ਤਰ ਜਾ ਕੇ SDO ਦਲੀਪ ਚੰਦ ਨੂੰ ਮਿਲਣ ਬਾਰੇ ਕਹਿ ਕੇ ਉਸ ਨੂੰ ਉੱਥੇ ਉਤਾਰ ਦਿੱਤਾ ਜਿੱਥੋਂ ਉਸ ਦਾ ਘਰ ਨੇੜੇ ਪੈਂਦਾ ਸੀ। ਸ਼ਾਮ ਨੂੰ ਘਰ ਪਹੁੰਚ ਕੇ ਮੈਂ ਦਲੀਪ ਚੰਦ ਦੇ ਘਰ ਫ਼ੋਨ ਕਰਕੇ ਗੱਲ ਕੀਤੀ ਤਾਂ ਮੇਰਾ ਖਦਸ਼ਾ ਸੱਚ ਸਾਬਿਤ ਹੋਇਆ। ਉਹ ਰਿਪੋਰਟ ਦਲੀਪ ਚੰਦ ਦੇ ਕਲਰਕ ਨੇ ਹੀ ਲਿਖੀ ਹੋਈ ਸੀ। ਗਲਤੀ ਵਾਲਾ ਸ਼ਬਦ ਮਸਲਾ ਬਣਨ ਤੋਂ ਦਲੀਪ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ। ਉਸਨੇ ਅਗਲੇ ਦਿਨ ਉਸ ਔਰਤ ਦੇ ਨਾਲ ਡੈਮ 'ਤੇ ਜਾ ਕੇ ਉਸ ਦਾ ਕੰਮ ਕਰਵਾ ਕੇ ਆਉਣ ਦਾ ਭਰੋਸਾ ਦਿੱਤਾ। ਅਗਲੇ ਦਿਨ ਅਜੇ ਦੁਪਹਿਰ ਹੀ ਹੋਈ ਸੀ ਕਿ ਦਲੀਪ ਦਾ ਫੋਨ ਆ ਗਿਆ। ਉਸਨੇ ਸੀਤੋ ਦੇ ਸਾਰੇ ਕੰਮ ਕਰਵਾ ਕੇ ਅਗਲੇ ਮਹੀਨੇ ਤੋਂ ਡਿਊਟੀ ਜੁਆਇਨ ਕਰਨ ਦੇ ਆਰਡਰ ਕਰਵਾ ਦਿੱਤੇ ਸੀ ਅਤੇ ਨਾਲ ਹੀ ਇਹ ਭਰੋਸਾ ਦੇ ਦਿੱਤਾ ਕਿ ਛੇਤੀ ਹੀ ਉਹ ਉਸ ਨੂੰ ਆਪਣੇ ਪਠਾਨਕੋਟ ਵਾਲੇ ਦਫ਼ਤਰ ਵਿੱਚ ਲਗਵਾ ਲਵੇਗਾ ਤਾਂ ਕਿ ਔਰਤ ਦੀ ਆਉਣ ਜਾਣ ਦੀ ਪਰੇਸ਼ਾਨੀ ਘੱਟ ਜਾਵੇ। ਸ਼ਾਮ ਨੂੰ ਸੀਤੋ ਦਾ ਫੋਨ ਆ ਗਿਆ ਜਿਸ ਨੇ ਅਸੀਸਾਂ ਦੀ ਝੜੀ ਲਾ ਦਿੱਤੀ ਸੀ। ਕੁਝ ਦਿਨਾਂ ਬਾਅਦ ਪਹਿਲੀ ਤਨਖਾਹ ਮਿਲਣ 'ਤੇ ਉਹ ਆਪਣੀ ਛੋਟੀ ਧੀ ਨੂੰ ਲੈ ਕੇ ਸਾਡੇ ਘਰ ਆ ਪਹੁੰਚੀ। ਤਦ ਮੈਨੂੰ ਪਤਾ ਲੱਗਾ ਕਿ ਕੱਲ੍ਹ ਸਾਡੇ ਘਰ ਦਾ ਐਡਰੈਸ ਲਿਖਣ ਤੋਂ ਬਾਅਦ ਉਸਦੀ ਬੇਟੀ ਸਿਹਤ ਲਈ ਚੰਗੀ ਮਿਠਾਈ ਕਿਹੜੀ ਹੁੰਦੀ ਆ, ਵਾਰੀ ਕਿਉਂ ਪੁੱਛ ਰਹੀ ਆ। ਇੰਨੀ ਦੂਰੋਂ ਆਇਆਂ ਨੂੰ ਮਠਿਆਈ ਦਾ ਡੱਬਾ ਫੜ ਕੇ ਤੋਰ ਦੇਣਾ ਤਾਂ ਸ਼ਾਇਦ ਕਿਸੇ ਰੁੱਖੇ ਪੰਜਾਬੀ ਦੇ ਖੂਨ ਵਿੱਚ ਵੀ ਨਾ ਹੋਵੇ। ਪਤਨੀ ਨੇ ਦੋਹਾਂ ਦੇ ਆਉਣ ਦਾ ਚਾਅ ਕੀਤਾ ਅਤੇ ਉਹਨਾਂ ਨੂੰ ਬਾਅਦ ਦੁਪਹਿਰ ਤੱਕ ਟਿਕੇ ਰਹਿਣ ਲਈ ਕਿਹਾ, ਜੋ ਉਹਨਾਂ ਨੂੰ ਚੰਗਾ ਲੱਗਾ। ਇਸ ਦੌਰਾਨ 7ਵੀਂ 'ਚ ਪੜ੍ਹਦੀ ਰਿਤੂ ਨੇ ਸਾਡੇ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ। ਅਸੀਂ ਉਸੇ ਸਾਰੇ ਸਵਾਲਾਂ ਦੇ ਜਵਾਬ ਬੜੇ ਵਿਸਥਾਰ ਨਾਲ ਦਿੱਤੇ। ਸਵਾਲਾਂ ਵੇਲੇ ਉਸਦੇ ਮੱਥੇ ਉੱਤੇ ਉੱਭਰਦੀਆਂ ਲਕੀਰਾਂ ਦੇ ਮਿਟ ਜਾਣ ਤੋਂ ਅਸੀਂ ਸਮਝ ਲੈਂਦੇ ਸੀ ਕਿ ਗੱਲ ਕੁੜੀ ਦੇ ਖਾਨੇ ਪੈ ਗਈ ਆ, ਯਾਨੀ ਜਵਾਬ ਉਸਦੀ ਤਸੱਲੀ ਕਰਵਾ ਰਹੇ ਸੀ। ਅਨਪਤ ਵਿੱਚ ਭੇਜੀ ਸੀਤੋ ਵੀ ਪਤਨੀ ਤੋਂ ਕਈ ਗੁੰਝਲਾਂ ਦੇ ਹੱਲ ਪੁੱਛਦੀ ਰਹੀ। ਦੁਪਹਿਰੋਂ ਬਾਅਦ ਜਾਣ ਮੌਕੇ ਮਾਂ ਦੀ ਵਾਅਦਾ ਲੈ ਕੇ ਗਈਆਂ ਕਿ ਅਸੀਂ ਉਹਨਾਂ ਦਾ ਫੋਨ ਜ਼ਰੂਰ ਸੁਣਿਆ ਕਰਾਂਗੇ। 1-2 ਮਹੀਨੇ ਬਾਅਦ ਸੀਤੋ ਦਾ ਫੋਨ ਆ ਜਾਂਦਾ। ਹਾਲ ਚਾਲ ਤੋਂ ਬਾਅਦ ਉਹ ਆਪਣੇ ਬਾਰੇ ਕੁਝ ਵੀ ਦੱਸਣ ਤੋਂ ਨਾ ਝਿਜਕਦੀ ਅਤੇ ਵਿੱਚ ਵਾਰ ਮੇਰੀ ਪਤਨੀ ਨਾਲ ਹਾਸਾ ਮਜ਼ਾਕ ਵੀ ਕਰ ਲੈਂਦੀ। ਇਸੇ ਦੌਰਾਨ ਸਾਡੀ ਕੈਨੇਡਾ ਪ੍ਰਵਾਸ ਦੀ ਤਿਆਰੀ ਹੋਣ ਲੱਗ ਪਈ ਅਤੇ ਥੋੜ੍ਹੇ ਦਿਨਾਂ ਵਿੱਚ ਅਸੀਂ ਵਤਨੋਂ ਦੂਰ ਆਣ ਬੈਠੇ। ਜਿਵੇਂ ਕਿ ਸਾਡੇ 'ਚੋਂ ਬਹੁਤੀ ਜਾਣਦੀ ਆ ਕਿ ਪੁੱਟੇ ਹੋਏ ਪੈਰ ਫਿਰ ਤੋਂ ਪੱਕੇ ਕਰਨ ਲਈ ਸਖਤ ਮਿਹਨਤ ਕਰਨੀ ਪੈਂਦੀ ਆ ਅਤੇ ਇਸ ਦੌਰਾਨ ਉਹੀ ਧੁਨ ਸਵਾਰ ਹੋਈ ਰਹਿਣ ਕਾਰਨ ਸਾਰਾ ਕੁਝ ਭੁੱਲ ਜਾਂਦਾ ਹੈ।
ਸਾਨੂੰ ਵੀ ਇਸ ਦੌਰ 'ਚੋਂ ਲੰਘਣਾ ਪਿਆ ਤੇ ਵਤਨ ਬੈਠਿਆਂ ਦੀਆਂ ਯਾਦਾਂ ਵਿਸਰੀਆਂ ਤਾਂ ਨਾ, ਪਰ ਫਿੱਕੀਆਂ ਜ਼ਰੂਰ ਪੈ ਗਈਆਂ। ਉਦੋਂ ਕਿਸੇ ਨਾ ਕਿਸੇ ਕਾਰਨ 2-4 ਸਾਲ ਬਾਅਦ ਫ਼ੋਨ ਨੰਬਰ ਬਦਲ ਜਾਂਦੇ ਸਨ। ਵਿਦੇਸ਼ ਆਉਣ ਕਰਕੇ ਸਾਡਾ ਉੱਥੋਂ ਵਾਲਾ ਮੋਬਾਈਲ ਨੰਬਰ ਬੰਦ ਹੋ ਕੇ ਕਿਸੇ ਹੋਰ ਦੇ ਹੱਥ ਚਲਿਆ ਗਿਆ ਸੀ। ਪਰ ਮੈਂ ਕੰਪਨੀ ਤੋਂ ਉਹੀ ਨੰਬਰ ਵਾਪਸ ਲੈਣ ਦੇ ਯਤਨ ਕਰਦਾ ਰਿਹਾ ਤੇ ਪਿਛਲੇ ਸਾਲ ਫਿਰ ਮੈਨੂੰ ਮਿਲ ਗਿਆ ਸੀ, ਜਿਸ ਉੱਤੇ ਵਿਦੇਸ਼ ਬੈਠਿਆਂ ਵਟਸਐਪ ਕਾਲ ਫ੍ਰੀ ਵਿੱਚ ਕੀਤੀ ਜਾਂ ਸੁਣੀ ਜਾਣ ਲੱਗ ਪਈ ਸੀ। ਇਹੀ ਭੁੱਲਿਆ ਨੰਬਰ ਸੀਤੋ ਨੇ ਕਾਪੀ 'ਚੋਂ ਲੱਭ ਕੇ ਬੇਟੀ ਦੀ ਜੱਜ ਚੁਣੇ ਜਾਣ ਦੀ ਖੁਸ਼ਖਬਰੀ ਦੇਣ ਵਿੱਚ ਦੇਰ ਨਹੀਂ ਸੀ ਕੀਤੀ। ਧੰਨਵਾਦ ਦੋਸਤੋ, ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ। ਇਹੋ ਜਿਹੀਆਂ ਹੋਰ ਕਹਾਣੀਆਂ ਲਈ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਸਤਿ ਸ਼੍ਰੀ ਅਕਾਲ।